जैसे कि बाइबल में लिखा है, सो यदि कोई मसीह में है तो वह नई सृष्टि है, पुरानी बातें बीत गई हैं, देखो वे सब नई हो गई। जैसे ही इस भाई ने अपना जीवन परमेश्वर को दिया, परमेश्वर की सामर्थ ने इन्हें छुआ और इनको एक नया जीवन दिया। साਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਮੈਂ ਜਲੰਧਰ ਸ਼ਹਿਰ ਦਾ ਹੀ ਰਹਿਣ ਵਾਲਾ ਤੇ ਅੱਜ ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਿਹਾ ਹਾਂ। ਸ਼ੁਰੂਆਤ ਇਸ ਤਰੀਕੇ ਨਾਲ ਹੋਈ ਕਿ ਮੈਂ ਕਾਲਜ ਜਾਣਾ ਹੁੰਦਾ ਸੀ ਤੇ ਯਾਰਾਂ ਦੋਸਤਾਂ ਨਾਲ ਪਹਿਲਾਂ ਤਾਂ ਉੱਦਾਂ ਹੀ ਬਹਿਣੀ ਉੱਠਣੀ ਹੁੰਦੀ ਸੀਗੀ ਤੇ ਵਿੱਚ ਇੱਕ ਦੋ ਜਾਣੇ ਇਦਾਂ ਦੇ ਸੀਗੇ ਕਿ ਜਿੱਦਾਂ ਮਤਲਬ ਕਿ ਉਹਨਾਂ ਦੇ ਨਾਲ ਜ਼ਿਆਦਾ ਯਾਰੀ ਪੈ ਗਈ ਤੇ ਗਲਤ ਨਸ਼ੇ ਪੱਤੇ ਵੀ ਕਰਦੇ ਸਾਰਾ ਕੁਝ ਤੇ ਲਾਗੇ ਉਹਨਾਂ ਨੇ ਪੁੱਛਣਾ ਕਿ ਹਾਂ ਕਰਕੇ ਦੇਖ ਲਾ ਤੂੰ ਵੀ। ਨਹੀਂ ਮੈਂ ਕਹਿਣਾ ਘਰਦਿਆਂ ਦਾ ਲੋ ਨਹੀਂ ਕਰਨਾ ਇਦਾਂ ਹੈ ਨਾ। ਤੇ ਫਿਰ ਕਿਸੇ ਵੇਲੇ ਦਿਲ ਕਰਨਾ ਵੀ ਉਹਨਾਂ ਨਾਲ ਦੇਖ ਕੇ ਕਿ ਚੱਲ ਅੱਜ ਟਰਾਈ ਕਰਕੇ ਦੇਖਦੇ ਹਾਂ। ਫਿਰ ਅੱਜ ਜਿੱਦਾਂ ਟਰਾਈ ਕੀਤਾ, ਇੱਕ ਵਾਰੀ ਪਹਿਲਾਂ ਸਟਾਰਟਿੰਗ 'ਚ ਬੀਅਰ ਹੀ ਪੀਤੀ ਸੀਗੀ। ਬੀਅਰ ਤੋਂ ਪੀਂਦੇ ਪੀਂਦੇ ਬਾਅਦ ਹੌਲੀ ਹੌਲੀ ਡਰਿੰਕ ਵੀ ਕੀਤੀ। ਡਰਿੰਕ ਕਰਨ ਤੋਂ ਬਾਅਦ ਚਿੱਟਾ ਇਹ ਭੁੱਕੀ। ਪਹਿਲੀ ਵਾਰੀ ਜਦੋਂ ਕੀਤਾ ਸੀਗਾ ਮਤਲਬ ਕਿ ਆਪਣੇ ਆਪ ਨੂੰ ਐਂ ਲੱਗਾ ਕਿ ਜਿੱਦਾਂ ਨਸ਼ੇ 'ਚ ਸਾਰਾ ਕੁਛ ਆ, ਹੋਰ ਕੁਛ ਹੈ ਹੀ ਨਹੀਂ ਆ ਬਾਹਰ ਲਾਈਫ 'ਚ। ਨਸ਼ੇ ਵਿੱਚ ਹੀ ਆ ਵਧੀਆ ਜ਼ਿੰਦਗੀ, ਜਿੱਦਾਂ ਮਤਲਬ ਕਿ ਇੱਦਾਂ ਦਾ ਵਧੀਆ ਲੱਗਦਾ। ਤਾਂ ਇੱਕ ਵਾਰੀ ਕਰਨ ਤੋਂ ਬਾਅਦ ਐਂ ਦਿਲ ਕਰਦਾ ਸੀਗਾ ਕਿ ਫੇਰ ਕਰਾਂ। ਉਸ ਤੋਂ ਬਾਅਦ ਫੇਰ ਇੱਦਾਂ ਦਿਲ ਕਰਦਾ ਤੇ ਸਵੇਰੇ ਉੱਠ ਕੇ ਪਹਿਲਾਂ ਨਸ਼ੇ ਬਾਰੇ ਸੋਚਣਾ ਕਿ ਹਾਂ ਨਸ਼ਾ ਕਿੱਥੋਂ ਕਰਨਾ ਆ, ਪੈਸੇ ਕਿੱਥੋਂ ਆਉਣੇ ਆ, ਪੈਸੇ ਲੈ ਕੇ ਫਿਰ ਨਸ਼ਾ ਕਰਨਾ, ਕਿੱਦਾਂ ਲੈਣ ਜਾਣਾ। ਸਟੱਡੀ ਲਾਈਫ 'ਤੇ ਇੱਦਾਂ ਕਿ ਸਟੱਡੀ ਵੱਲ ਮੇਰਾ ਕੋਈ ਧਿਆਨ ਨਹੀਂ ਹੁੰਦਾ ਸੀ ਜ਼ਿਆਦਾ। ਘਰਦਿਆਂ ਦੇ ਬਸ ਇੱਕ ਦਿਖਾਵੇ ਲਈ ਮੈਂ ਜਾਂਦਾ ਹੁੰਦਾ ਸੀਗਾ ਕਿ ਹਾਂ ਮੈਂ ਕਾਲਜ ਪੜ੍ਹਦਾ ਹਾਂ ਜਾਂ ਸਟੱਡੀ ਕਰ ਰਿਹਾ ਹਾਂ। ਘਰੋਂ ਮੈਂ ਜਦੋਂ ਆਪਣੇ ਪੈਸੇ ਲੈ ਕੇ ਕਾਲਜ ਲਈ ਨਿਕਲਣਾ, ਸਭ ਤੋਂ ਪਹਿਲਾਂ ਆਪਣੇ ਫਰੈਂਡਸ ਨੂੰ ਕਾਲ ਕਰਦਾ ਹੁੰਦਾ ਸੀਗਾ, ਜਿਹੜੇ ਮੇਰੇ ਨਾਲ 2-3 ਜਣੇ ਹੁੰਦੇ ਸੀ ਪੱਕੇ। ਉਹਨਾਂ ਨੂੰ ਮੈਂ ਕਾਲ ਕਰਨੀ ਤੇ ਉਹਨਾਂ ਨੇ ਕਾਲਜ ਦੇ ਗੇਟ ਐਂਟਰੀ 'ਤੇ ਮੈਨੂੰ ਪਹਿਲਾਂ ਹੀ ਮਿਲ ਲੈਣਾ। ਆਪਾਂ ਕਾਲਜ ਐਂਟਰੀ ਵੀ ਨਹੀਂ ਕਰਦੇ ਹੁੰਦੇ ਸੀਗੇ। ਕਾਲਜ ਐਂਟਰੀ ਤੋਂ ਪਹਿਲਾਂ ਹੀ ਅਸੀਂ ਬਾਹਰੋਂ ਬਾਹਰ ਚੱਲ ਜਾਂਦੇ ਹੁੰਦੇ ਸੀਗੇ। ਮਤਲਬ ਕਿ ਨਸ਼ਾ ਸਭ ਤੋਂ ਪਹਿਲਾਂ ਅਸੀਂ ਨਸ਼ਾ ਕਰਨਾ ਤੇ ਯਾਰਾਂ ਦੋਸਤਾਂ 'ਚ ਮਤਲਬ ਕਿ ਬੈਠ ਕੇ ਸਾਰਾ ਦਿਨ ਟਾਈਮ ਪਾਸ ਕਰਨਾ। ਜਦੋਂ ਮੇਰੀ ਨਸ਼ੇ ਦੀ ਲੱਤ ਜ਼ਿਆਦਾ ਵੱਧਦੀ ਜਾ ਰਹੀ ਸੀ, ਇੱਥੋਂ ਤੱਕ ਮੇਰੇ ਘਰਦਿਆਂ ਨੇ ਮੈਨੂੰ ਇੱਕ ਚਾਂਦੀ ਦਾ ਬ੍ਰੈਸਲੇਟ ਬਣਾ ਕੇ ਦਿੱਤਾ, ਸੋਨੇ ਦੀ ਚੈਨ ਬਣਾ ਕੇ ਦਿੱਤੀ। ਮੈਂ ਉਹ ਵੀ ਨਸ਼ੇ ਦੇ ਪਿੱਛੇ ਲੱਗ ਕੇ ਸੋਨੇ ਦੀ ਚੈਨ ਜਿਹੜੀ ਮੈਨੂੰ ਬਣਾ ਕੇ ਦਿੱਤੀ ਸੀ 30 ਜਾਂ 35 ਹਜ਼ਾਰ ਦੇ ਵਿੱਚ ਸੀ, ਉਹ ਵੀ ਮੈਂ 7-7 8-8 ਹਜ਼ਾਰ ਦੀ ਵੇਚ ਕੇ ਮੈਂ ਨਸ਼ਾ ਕਰਦਾ ਰਿਹਾ। ਨਸ਼ੇ ਦੇ ਨਾਲ ਨਾਲ ਮੈਂ ਬੇਬੀ 4 ਵਿੱਚ ਵੀ ਚਲਾ ਗਿਆ। ਬਾਹਰ ਸਾਰਾ ਦਿਨ ਬਾਹਰ ਰਹਿਣ ਨਾਲ ਮੈਂ ਯਾਰਾਂ ਦੋਸਤਾਂ ਦੇ ਵਿੱਚ ਗਲਤ ਮੂਵੀਜ਼ ਦੇਖਣੀਆਂ, ਗੰਦੇ ਮਜ਼ਾਕ ਕਰਨੇ। ਮੈਂ ਇੱਕ ਤੋਂ ਜ਼ਿਆਦਾ ਕੁੜੀਆਂ ਦੇ ਨਾਲ ਫੋਨ 'ਤੇ ਸਾਰਾ ਦਿਨ ਸਾਰੀ ਰਾਤ ਮੈਂ ਗੱਲਾਂ ਕਰਦਿਆਂ ਰਹਿਣਾ। ਤੇ ਮੈਂ ਘਰਦਿਆਂ ਨੂੰ ਮਤਲਬ ਕਿ ਇੱਕ ਵੀ ਦਿਨ ਇੱਦਾਂ ਦਾ ਨਹੀਂ ਸੀ ਜਿਹੜੇ ਦਿਨ ਮੈਂ ਝੂਠ ਨਾ ਬੋਲਾਂ। ਮੈਂ ਰੋਜ਼ ਘਰਦਿਆਂ ਨੂੰ ਝੂਠ ਤੇ ਝੂਠ ਬੋਲੀ ਜਾਣੇ ਕਿ ਉਹਨਾਂ ਨੂੰ ਇੱਦਾਂ ਲੱਗੇ ਕਿ ਮੈਂ ਕੋਈ ਨਸ਼ਾ ਪੱਤਾ ਨਹੀਂ ਕਰਦਾ ਜਾਂ ਕੁਛ ਵੀ। ਪਰ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਜਦੋਂ ਮੈਨੂੰ ਘਰਦਿਆਂ ਨੇ ਰੋਕਣਾ ਕਿ ਨਾ ਬਾਹਰ ਜਾਇਆ ਕਰ, ਗਲਤ ਸੰਗਤੀ ਛੱਡ ਦੇ ਤੇ ਮਤਲਬ ਕਿ ਨਸ਼ਾ ਨਾ ਕਰਿਆ ਕਰ। ਤੇ ਮੈਂ ਘਰਦਿਆਂ ਨਾਲ ਲੜਨਾ ਕਿਉਂਕਿ ਮੈਨੂੰ ਉਦੋਂ ਨਸ਼ੇ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਦਾ ਹੁੰਦਾ ਸੀਗਾ। ਮੈਨੂੰ ਆਪਣੇ ਘਰ ਦੇ ਤਾਂ ਬਿਲਕੁਲ ਨਹੀਂ ਮਤਲਬ ਕਿ ਦਿਖਦੇ ਹੁੰਦੇ ਸੀਗੇ। ਮੈਂ ਸਿਰਫ ਇਹੀ ਸੋਚਦਾ ਹੁੰਦਾ ਕਿ ਮੈਂ ਨਸ਼ਾ ਕਰਨਾ ਕਿਸੇ ਤਰੀਕੇ ਨਾਲ, ਕਿਉਂਕਿ ਮੈਨੂੰ ਨਸ਼ੇ ਦੀ ਤੋੜ ਬਹੁਤ ਜ਼ਿਆਦਾ ਲੱਗਣੀ ਸ਼ੁਰੂ ਹੋ ਗਈ ਸੀ। ਜਦੋਂ ਮੈਨੂੰ ਤੋੜ ਲੱਗਦੀ ਸੀ ਮੈਂ ਆਪਣੇ ਘਰਦਿਆਂ ਨਾਲ ਲੜਨਾ ਸ਼ੁਰੂ ਕਰਤਾ। ਕਦੀ ਆਪਣੇ ਪਾਪਾ ਨਾਲ ਹੱਥੋਂ ਪਾਈ ਵੀ ਹੋ ਜਾਣਾ ਹੁੰਦਾ ਸੀਗਾ ਕਿਸੇ ਵੇਲੇ। ਹੌਲੀ ਮੇਰੀ ਸਟੱਡੀ ਵੱਲ ਵੀ ਧਿਆਨ ਘਟਣਾ ਸ਼ੁਰੂ ਹੋ ਗਿਆ। ਮੇਰਾ ਮਤਲਬ ਕਿ ਬ੍ਰੇਨ ਹੀ ਕੰਮ ਕਰਨਾ ਘੱਟ ਹੋ ਗਿਆ ਸੀਗਾ ਕਿਉਂਕਿ ਨਸ਼ੇ ਦੇ ਵਿੱਚ 24 ਘੰਟੇ ਰਹਿਣਾ, ਇਸ ਕਰਕੇ ਮੇਰਾ ਬ੍ਰੇਨ ਵੀ ਨਹੀਂ ਕੰਮ ਕਰਦਾ ਹੁੰਦਾ। ਸਟੱਡੀ ਵੱਲ ਤਾਂ ਬਿਲਕੁਲ ਧਿਆਨ ਨਹੀਂ ਲੱਗਦਾ ਹੁੰਦਾ ਸੀਗਾ। ਉਹਦੇ ਕਰਕੇ ਮੈਨੂੰ ਆਪਣੀ ਸਟੱਡੀ ਵੀ ਛੱਡਣੀ ਪਈ। ਕਾਲਜ ਲਾਈਫ ਤੋਂ ਬਾਅਦ ਮੇਰੇ ਹੋਰ ਉਸ ਤੋਂ ਬਾਅਦ ਨਸ਼ੇ ਵਧਣੇ ਸ਼ੁਰੂ ਹੋ ਗਏ, ਸੰਗਤੀ ਮੇਰੀ ਹੋਰ ਮਾੜੀ ਵਧਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਨਸ਼ਾ ਵੀ ਮੇਰੀ ਲਾਈਫ 'ਚ ਇੱਦਾਂ ਦਾ ਹੋਣ ਲੱਗ ਪਿਆ, ਚਿੱਟਾ, ਭੁੱਕੀ, ਡੋਡੇ, ਫੀਮ, ਡਰਿੰਕ, ਮਤਲਬ ਕਿ ਭੰਗ ਤੱਕ ਵੀ ਮੈਂ ਸਿਗਰਟਾਂ ਪੀ ਜਾਣੀਆਂ ਦਿਨ 'ਚ। ਚਿੱਟਾ ਮੈਂ ਇੱਕ ਦਿਨ ਦੇ ਵਿੱਚ 4 ਜਾਂ 5 ਵਾਰੀ ਇੰਜੈਕਸ਼ਨ ਲਾਉਣਾ ਹੀ ਹੁੰਦਾ ਸੀਗਾ ਪੱਕੇ ਰੋਜ਼। ਤੇ ਉਸ ਤੋਂ ਬਾਅਦ ਜਦੋਂ ਇੰਜੈਕਸ਼ਨ ਲਾਣੇ ਉਸ ਤੋਂ ਬਾਅਦ ਮੈਂ ਸਿਗਰਟਾਂ ਬਾਰ-ਬਾਰ ਭਰ ਕੇ ਪੀ ਜਾਣੀਆਂ ਤੇ ਉਹ ਵੀ ਮੈਂ ਦਿਨ 'ਚ 7 ਜਾਂ 8 ਵਾਰ ਮੈਂ ਸਿਗਰਟਾਂ ਪੀ ਲੈਣਾ ਹੁੰਦਾ ਸੀਗਾ। ਜਿਸ ਦਿਨ ਮੈਨੂੰ ਭੰਗ ਦੀ ਸਿਗਰਟ ਵਗੈਰਾ ਜਾਂ ਚਿੱਟਾ ਵਗੈਰਾ ਨਹੀਂ ਮਿਲਣਾ ਫਿਰ ਮੈਂ ਮੈਡੀਕਲ ਨਸ਼ਾ ਬਹੁਤ ਕਰਦਾ ਹੁੰਦਾ ਸੀਗਾ। SR ਦੀਆਂ ਗੋਲੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਮੈਂ ਦਿਨ 'ਚ 2 ਪੱਤੇ ਵੀ ਕਿਸੇ ਵੇਲੇ ਲੱਗ ਜਾਂਦੇ ਹੁੰਦੇ ਸੀਗੇ। ਇੱਕ ਪੱਤਾ ਮੈਂ 10 ਗੋਲੀਆਂ ਹੁੰਦੀਆਂ ਸੀ ਉਹਦੇ ਵਿੱਚ, ਇੱਕ ਪੱਤਾ ਮੈਂ ਸਵੇਰੇ ਖਾ ਲੈਣਾ ਤੇ ਇੱਕ ਪੱਤਾ ਮੈਂ ਜਦੋਂ ਰਾਤ ਨੂੰ ਸੌਣਾ ਉਦੋਂ ਖਾ ਲੈਣਾ। ਮਤਲਬ ਕਿ ਐਂ ਪੂਰਾ ਨਸ਼ੇ ਦੇ ਵਿੱਚ ਟੁੰਨ ਹੋ ਕੇ ਫੇਰ ਰਾਤ ਨੂੰ ਸੌਣਾ ਹੁੰਦਾ ਸੀਗਾ। ਨਹੀਂ ਤਾਂ ਉੱਦਾਂ ਮੈਂ ਪੂਰੀ ਰਾਤ ਜਾਗਦੇ ਰਹਿਣਾ, ਮੈਨੂੰ ਨੀਂਦ ਨਹੀਂ ਆਣੀ ਜਿੱਦਾਂ ਨਸ਼ਾ ਨਾ ਮਿਲੇ। ਪਹਿਲਾਂ ਤਾਂ ਮੈਂ ਜਦੋਂ ਕਾਲਜ ਜਾਣਾ ਹੁੰਦਾ ਸੀਗਾ, ਕਾਲਜ ਜਾਣ ਵੇਲੇ ਮੈਂ ਆਪਣੇ ਘਰਦਿਆਂ ਕੋਲ ਪੈਸੇ ਲੈ ਕੇ ਨਸ਼ਾ ਕਰਦਾ ਹੁੰਦਾ ਸੀਗਾ, ਠੀਕ ਹੈ। ਉਸ ਤੋਂ ਬਾਅਦ ਜਦੋਂ ਪੈਸੇ ਨਾ ਹੋਣੇ ਫਿਰ ਆਪਣੇ ਯਾਰਾਂ ਦੋਸਤਾਂ ਨੂੰ ਕਹਿਣਾ ਕਿ ਮੈਨੂੰ ਨਸ਼ਾ ਕਰਵਾਓ ਜਾਂ ਕਿਸੇ ਤਰੀਕੇ ਨਾਲ ਉਹਨਾਂ ਕੋਲ ਪੈਸੇ ਮੰਗਣੇ, ਕੋਈ ਬਹਾਨਾ ਲਾ ਕੇ ਉਹਨਾਂ ਨੂੰ ਪੈਸੇ ਦਾ ਕਹਿਣਾ ਜਾਂ ਕਦੇ ਕਹਿ ਦੇਣਾ ਕਿ ਮੇਰੇ ਅੱਜ ਘਰੇ ਕੋਈ ਆ ਬਿਮਾਰ ਹੈ ਜਾਂ ਮੇਰੇ ਮੰਮਾ ਬਿਮਾਰ ਹੈ ਜਾਂ ਮੇਰੇ ਪਾਪਾ ਬਿਮਾਰ ਹੈ। ਫਿਰ ਉਹਨਾਂ ਕੋਲ ਇਸ ਤਰੀਕੇ ਨਾਲ ਬਹਾਨੇ ਨਾਲ ਪੈਸੇ ਮੰਗ ਕੇ ਫਿਰ ਮੈਂ ਨਸ਼ਾ ਕਰਨਾ। ਫਿਰ ਜਦੋਂ ਕਿਤੇ ਉਹਨਾਂ ਨੇ ਨਾ ਦੇਣਾ
ਤੇ ਫਿਰ ਉਸ ਤੋਂ ਬਾਅਦ ਸਾਰੀ ਰਾਤ ਜਦੋਂ ਮੈਂ ਦੇਖਣਾ ਕਿ ਮਤਲਬ ਕਿ ਕਿਸੇ ਵੀ ਪਾਸੋਂ ਹੱਲ ਨਹੀਂ ਹੋ ਰਿਹਾ, ਫਿਰ ਮੈਂ ਘਰ 'ਚੋਂ ਚੋਰੀ ਕਰਨ ਬਾਰੇ ਸੋਚਣਾ, ਘਰ 'ਚ ਚੋਰੀ ਕਰਨੀ ਕਿ ਹਾਂ ਘਰਦਿਆਂ ਨੇ ਵੀ ਨਹੀਂ ਜੇ ਪੈਸੇ ਦਿੱਤੇ, ਫਿਰ ਮੈਂ ਅਲਮਾਰੀ ਵੱਲ ਦੇਖਣਾ ਕਿ ਮੈਂ ਅਲਮਾਰੀ 'ਚੋਂ ਕਿਸੇ ਤਰੀਕੇ ਨਾਲ ਪੈਸੇ ਕੱਢ ਲਾਂ, ਠੀਕ ਹੈ, ਜਾਂ ਮੈਂ ਸੋਚਣਾ ਕਿ ਮੈਂ ਕੋਈ ਸੋਨਾ ਕੱਢ ਕੇ ਵੇਚਦਾ। ਇੱਕ ਦਿਨ ਇੱਦਾਂ ਦਾ ਸੀ ਕਿ ਮੈਂ ਬਹੁਤ ਜ਼ਿਆਦਾ ਓਵਰ ਨਸ਼ਾ ਕਰਕੇ ਮੈਂ ਘਰੇ ਚਲਾ ਗਿਆ ਤੇ ਮੇਰੇ ਪਾਪਾ ਨੇ ਮੈਨੂੰ ਮੇਰੀਆਂ ਅੱਖਾਂ ਤੋਂ ਦੇਖ ਕੇ ਪਛਾਣ ਲਿਆ ਕਿ ਹਾਂ ਇਹਨੇ ਕੁਛ ਨਾ ਕੁਛ ਕੀਤਾ ਹੋਇਆ। ਫਿਰ ਉਹਨਾਂ ਨੇ ਮੰਮਾ ਦੇ ਕੋਲੋਂ ਮੇਰੇ ਮੂੰਹ ਚੋਂ ਕਢਵਾਇਆ ਕਿ ਇਹਨੂੰ ਪੁੱਛ ਇਹਨੇ ਕੋਈ ਨਸ਼ਾ ਕੀਤਾ ਪਿਆ। ਤੇ ਫਿਰ ਉਹਨਾਂ ਨੇ ਜਦੋਂ ਪੁੱਛਿਆ ਕਿ ਕੀ ਕੀਤਾ, ਮੈਂ ਫੇਰ ਝੂਠ ਬੋਲਿਆ, ਪਰ ਮੈਂ ਹੌਲੀ ਆਪਣੇ ਮੰਮਾ ਨੂੰ ਦੱਸਣਾ ਸ਼ੁਰੂ ਕਰਤਾ ਕਿ ਮੰਮੀ ਮੈਨੂੰ ਇਦਾਂ ਦੀਆਂ ਨਸ਼ੇ ਦੀਆਂ ਤੋੜਾਂ ਲੱਗਣੀਆਂ ਹੋ ਗਈਆਂ ਸ਼ੁਰੂ, ਤੇ ਮੈਂ ਚਿੱਟੇ ਦਾ ਨਸ਼ਾ ਕਰਦਾ ਵਾਂ। ਜਦੋਂ ਮੇਰੇ ਮੰਮਾ ਨੇ ਮੇਰੇ ਇਹ ਸ਼ਬਦ ਸੁਣੇ ਕਿ ਹਾਂ ਮੈਂ ਚਿੱਟਾ ਲਾਣਾ ਸ਼ੁਰੂ ਕਰਤਾ ਆ, ਤੇ ਮੇਰੇ ਮੰਮਾ ਦੇ ਬਿਲਕੁਲ ਹੋਸ਼ ਉੱਡ ਗਏ। ਪਹਿਲਾਂ ਤਾਂ ਉਹਨਾਂ ਨੇ ਮੇਰੇ ਵੱਲ ਦੇਖ ਕੇ ਉਹਨਾਂ ਦੇ ਰੰਗ ਉੱਡ ਗਏ, ਉਹਨਾਂ ਦੇ ਨਾਲ ਹੀ ਅੱਖਾਂ 'ਚੋਂ ਪਾਣੀ ਆਉਣਾ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਮੰਮਾ ਨੇ ਰੋ ਕੇ ਮੇਰੇ ਪਾਪਾ ਨੂੰ ਦੱਸਿਆ ਕਿ ਇੱਦਾਂ ਕਰਕੇ ਇਹਦਾ ਇਲਾਜ ਕਰਵਾਓ, ਇਹ ਨਸ਼ਾ ਬਹੁਤ ਕਰਨ ਲੱਗ ਪਿਆ। ਫਿਰ ਪਾਪਾ ਮੈਨੂੰ ਅਗਲੇ ਦਿਨ ਹੀ ਨਸ਼ਾ ਛਡਾਓ ਕੇਂਦਰ ਲੈ ਕੇ ਗਏ। ਉੱਥੇ ਜਾ ਕੇ ਜਦੋਂ ਉਹਨਾਂ ਨੇ ਮੇਰੀ 6 ਮਹੀਨੇ ਰੈਗੂਲਰ ਮੈਡੀਸਨ ਚੱਲੀ ਨਸ਼ਾ ਛਡਾਓ ਕੇਂਦਰ ਤੇ, ਪਰ ਉਹ 6 ਮਹੀਨੇ ਰੈਗੂਲਰ ਮੈਡੀਸਨ ਖਾਣ ਦੇ ਬਾਵਜੂਦ ਵੀ ਮੈਨੂੰ ਕੋਈ ਮਤਲਬ ਕਿ ਨਸ਼ੇ ਦਾ ਇੱਦਾਂ ਨਹੀਂ ਸੀਗਾ ਕਿ ਹਾਂ ਮੈਨੂੰ ਤੋੜਾ ਵਗੈਰਾ ਘੱਟ ਲੱਗਣ ਦੀਆਂ ਜਾਂ ਕੁਝ ਵੀ, ਪਰ ਉਹ ਮੈਡੀਸਨ ਖਾਣ ਦੇ ਨਾਲ ਵੀ ਮੈਨੂੰ ਉਸ ਮੈਡੀਸਨ ਦੀ ਵੀ ਤੋੜ ਲੱਗਣੀ ਸ਼ੁਰੂ ਹੋ ਗਈ ਸੀ। ਤੇ ਫਿਰ ਉਹ ਵੀ ਜਿਹੜੀ ਮੈਡੀਸਨ ਆ ਉਹ ਵੀ ਮੈਂ ਇੱਕ ਆਪਣੇ ਨਸ਼ੇ ਦੇ ਤੌਰ ਤੇ ਮਤਲਬ ਕਿ ਯੂਜ਼ ਕਰਨੀ ਸ਼ੁਰੂ ਕਰਤੀ ਸੀਗੀ ਕਿ ਮਤਲਬ ਕਿ ਜੋ ਮੈਂ ਉਹ ਵੀ ਨਹੀਂ ਖਾਣਾ ਸੀਗਾ ਤੇ ਮੈਨੂੰ ਐਂ ਲੱਗਦਾ ਸ਼ਾਇਦ ਮੈਨੂੰ ਦੌਰਾ ਪੈਣ ਲੱਗ ਪੈਣਾ ਜਾਂ ਕੁਛ ਇੱਦਾਂ, ਮਤਲਬ ਕਿ ਸਾਰਾ ਗਰਮੀ ਆਉਣ ਲੱਗ ਪੈਣੀ ਸਰੀਰ 'ਚ, ਮਤਲਬ ਕਿ ਠੰਡ ਹੋਣ ਦੇ ਬਾਵਜੂਦ ਵੀ ਮੇਰੇ ਮੱਥੇ 'ਤੇ ਤਰੇੜੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ। ਤੇ ਜਦੋਂ ਮੈਡੀਸਿਨ ਦੀ ਤੋੜ ਲੱਗਣੀ ਸ਼ੁਰੂ ਹੋ ਗਈ ਤੇ ਫਿਰ ਮੇਰੇ ਜਦੋਂ ਪਾਪਾ ਨੂੰ ਦੱਸਿਆ ਕਿ ਮੈਨੂੰ ਇਹਦੀ ਮੈਡੀਸਿਨ ਦੀ ਵੀ ਤੋੜ ਲੱਗ ਰਹੀ ਆ ਕਿ ਜਾਂ ਪਤਾ ਨਹੀਂ, ਮੈਨੂੰ ਹਾਲੇ ਵੀ ਇਦਾਂ ਲੱਗ ਰਿਹਾ ਕਿ ਜਿੱਦਾਂ ਮੈਨੂੰ ਬਹੁਤ ਜ਼ਿਆਦੀਆਂ ਤੋੜਾਂ ਪੈ ਰਹੀਆਂ ਆ। ਤੇ ਫਿਰ ਪਾਪਾ ਨੇ ਕਿਹਾ ਕਿ ਤੂੰ ਇਦਾਂ ਕਰ, ਇਹ ਮੈਡੀਸਿਨ ਨਹੀਂ ਖਾਣੀ, ਆਪਾਂ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਿਸੇ ਵਧੀਆ ਡਾਕਟਰ ਨੂੰ ਮਿਲਦੇ ਆ। ਉੱਥੇ ਜਾ ਕੇ ਜਦੋਂ ਅਸੀਂ ਉਹਨਾਂ ਨੂੰ ਮਿਲੇ ਤੇ ਜਦੋਂ ਡਾਕਟਰ ਨੇ ਬਲੱਡ ਟੈਸਟ ਕੀਤਾ ਤਾਂ ਮੇਰੇ ਮਤਲਬ ਕਿ ਉਹਨਾਂ ਨੇ ਜਦੋਂ ਚੈੱਕ ਕੀਤਾ ਤੇ ਮੈਨੂੰ ਹੈਪੇਟਾਈਟਸ ਮਤਲਬ ਕਾਲਾ ਪੀਲੀਆ, ਜੋ ਚਿੱਟੇ ਦਾ ਇੰਜੈਕਸ਼ਨ ਲਾਉਣ ਦੇ ਨਾਲ ਇਹਦੇ ਅੰਦਰ ਕਾਲਾ ਪੀਲੀਆ ਜੋ ਬਹੁਤ ਵੱਧ ਚੁੱਕਾ ਆ। ਨਸ਼ੇ ਦੇ ਬੇਵਿਚਾਰ ਨੂੰ ਮੈਂ ਛੱਡਣਾ ਤਾਂ ਚਾਹੁੰਦਾ ਸੀ, ਪਰ ਮੇਰੀ ਜ਼ਿੰਦਗੀ ਦੇ ਵਿੱਚੋਂ ਇਹ ਦੂਰ ਨਹੀਂ ਸੀ ਹੋ ਰਿਹਾ। ਮੈਂ ਜਦੋਂ ਮੈਨੂੰ ਤੋੜਾ ਲੱਗਣੀਆਂ ਤਾਂ ਮੈਂ ਇਹੀ ਸੋਚਦਾ ਹੁੰਦਾ ਸੀਗਾ ਮੇਰਾ ਨਸ਼ੇ ਦੇ ਨਾਲ ਹੀ ਸਾਰਾ ਕੁਛ ਆ, ਹੁਣ ਮੈਂ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ। ਲੱਤਾਂ ਬਾਹਾਂ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ, ਅੱਖਾਂ 'ਚੋਂ ਪਾਣੀ ਵਗੀ ਜਾਣਾ, ਨੱਕ 'ਚੋਂ ਪਾਣੀ ਵਗੀ ਜਾਣਾ, ਵਾਸੀਆਂ ਆਈ ਜਾਣੀਆਂ। ਮਤਲਬ ਕਿ ਮੈਂ ਸੋਚਦਾ ਹੁੰਦਾ ਮੈਂ ਕਿਸ ਤਰੀਕੇ ਨਾਲ ਨਸ਼ਾ ਛੱਡਾਂ, ਪਰ ਮੈਨੂੰ ਕੋਈ ਵੀ ਹੱਲ ਨਹੀਂ ਸੀ ਦਿਖ ਰਿਹਾ ਕਿ ਮੈਂ ਨਸ਼ਾ ਛੱਡਾਂ ਤਾਂ ਕਿਸ ਤਰੀਕੇ ਨਾਲ ਛੱਡਾਂ। ਫਿਰ ਮੇਰੇ ਪਾਪਾ ਦੇ ਫਰੈਂਡ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਆਪਣੇ ਬੇਟੇ ਨੂੰ ਸਹੀ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਇੱਕ ਵਾਰੀ ਖਾਂਬੜਾ ਚਰਚ ਲੈ ਕੇ ਜਾਓ। ਫਿਰ ਮੇਰੇ ਪਾਪਾ ਨੇ ਮੈਨੂੰ ਖਾਂਬੜਾ ਚਰਚ ਲਿਆਂਦਾ। ਜਦੋਂ ਮੈਂ ਪਹਿਲੇ ਦਿਨ ਖਾਂਬੜਾ ਚਰਚ ਆਇਆ, ਖਾਂਬੜਾ ਚਰਚ ਆ ਕੇ ਮੈਂ ਗਵਾਹੀਆਂ ਦੇਖੀਆਂ, ਨਸ਼ੇ ਦੀਆਂ ਵੀ ਦੇਖੀਆਂ। ਗਵਾਹੀਆਂ ਦੇਖਣ ਤੋਂ ਬਾਅਦ ਮੇਰੇ ਦਿਲ 'ਚ ਇੱਦਾਂ ਦਾ ਆਇਆ ਕਿ ਹਾਂ ਜੇ ਇਹ ਆਜ਼ਾਦ ਹੋ ਰਹੇ ਨੇ ਤਾਂ ਮੈਂ ਵੀ ਆਜ਼ਾਦ ਹੋ ਸਕਦਾ ਹਾਂ। ਜਦੋਂ ਪਰਮੇਸ਼ਵਰ ਜੀ ਦੇ ਦਾਸ ਵਚਨਾਂ ਨੂੰ ਸੁਣਾਉਂਦੇ ਸੀਗੇ, ਉਹਨਾਂ ਨੂੰ ਸੁਣ ਕੇ ਮਤਲਬ ਕਿ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਸੀਗਾ। ਮੇਰਾ ਵਿਸ਼ਵਾਸ ਵਚਨਾਂ ਨੂੰ ਸੁਣ ਕੇ ਵਧਣਾ ਸ਼ੁਰੂ ਹੋ ਗਿਆ। ਫਿਰ ਮੈਂ ਰੈਗੂਲਰ ਖਾਂਬੜਾ ਚਰਚ ਆਉਣਾ ਸ਼ੁਰੂ ਕਰ ਦਿੱਤਾ। ਚਰਚ ਆਉਣ ਦੇ ਨਾਲ 3 ਜੂਨ 2021 ਨੂੰ ਪਰਮੇਸ਼ਵਰ ਦੇ ਦਾਸ ਜੀ ਨੇ ਮੀਟਿੰਗ ਵਾਲੇ ਦਿਨ ਮੇਰੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ। ਯਹੋਵਾ ਖੁਦਾ ਜਲਾਲੀ ਖੁਦਾ ਜਲਾਲੀ ਖੁਦਾ ਜਲਾਲੀ ਖੁਦਾ ਤੂੰ ਜਲਾਲੀ ਖੁਦਾ ਆਪਣੇ ਇਕਲੌਤੇ ਬੇਟੇ ਕੋ। ਜਿੱਦਾਂ ਹੀ ਪਰਮੇਸ਼ਵਰ ਜੀ ਦੇ ਦਾਸ ਦਾ ਹੱਥ ਮੇਰੇ ਸਿਰ ਉੱਤੇ ਆਇਆ ਤੇ ਮੇਰੇ ਸਰੀਰ ਅੰਦਰ ਮੈਨੂੰ ਠੰਡਕ ਮਹਿਸੂਸ ਹੋਈ। ਠੰਡਕ ਮਹਿਸੂਸ ਹੋਣ ਦੇ ਨਾਲ ਜਦੋਂ ਉਸੇ ਦਿਨ ਮੈਂ ਘਰੇ ਗਿਆ, ਸ਼ਾਮ ਨੂੰ ਵਾਪਸ ਘਰੇ ਜਾ ਕੇ ਮੈਂ ਨਸ਼ੇ ਕਰਨ ਬਾਰੇ ਸੋਚਣਾ ਤਾਂ ਦੂਰ, ਮੈਂ ਦੇਖਣ ਦਾ ਵੀ ਨਹੀਂ ਮੇਰੇ ਦਿਮਾਗ 'ਚ ਆਇਆ ਕਿ ਮੈਂ ਨਸ਼ੇ ਵੱਲ ਜਾਵਾਂ। ਹੁਣ ਮੈਂ ਨਸ਼ੇ ਤੋਂ ਬਿਲਕੁਲ ਆਜ਼ਾਦ ਆ। ਨਾ ਮੈਂ ਚਿੱਟੇ ਦਾ ਨਸ਼ਾ ਕਰਦਾ, ਨਾ ਮੈਂ ਭੰਗ ਦਾ ਨਸ਼ਾ ਕਰਦਾ ਤੇ ਨਾ ਮੈਂ ਮੈਡੀਕਲ ਦਾ ਨਸ਼ਾ ਕਰਦਾ। ਨਾ ਮੈਂ ਸਿਗਰਟ ਪੀਣਾ, ਜਿਹੜਾ ਮੈਨੂੰ ਕਾਲਾ ਪੀਲੀਆ ਵੀ ਸੀ ਉਹ ਵੀ ਨਹੀਂ ਹੁਣ ਬਿਲਕੁਲ ਹੈਗਾ। ਹੁਣ ਮੈਂ ਨਾ ਕੋਈ ਗਲਤ ਸੰਗਤੀ ਦੇ ਵਿੱਚ ਆ ਤੇ ਨਾ ਮੈਂ ਬੇਬੀਚਾਰ ਦੇ ਵਿੱਚ ਆ। ਤੇ ਹੁਣ ਮੈਂ ਸਾਰਾ ਦਿਨ ਘਰੇ ਰਹਿਣਾ ਆ। ਘਰੇ ਰਹਿ ਕੇ ਮੈਂ ਬਾਈਬਲ ਰੀਡਿੰਗ ਕਰਦਾ ਆ, ਪ੍ਰਾਰਥਨਾ ਕਰਦਾ ਆ, ਘਰਦਿਆਂ ਦੇ ਨਾਲ ਟਾਈਮ ਸਪੈਂਡ ਕਰਦਾ ਆ। ਹੁਣ ਮੈਂ ਆਪਣੇ ਪਰਿਵਾਰ ਦੇ ਨਾਲ ਬਹੁਤ ਆਨੰਦਿਤ ਹਾਂ, ਪਰਮੇਸ਼ਵਰ ਵਿੱਚ ਮੈਂ ਖੁਸ਼ ਹਾਂ। ਮੈਂ ਹੁਣ ਇਹੀ ਕਹਿਣਾ ਚਾਹੁੰਦਾ, ਜਿਹੜੇ ਭਰਾ ਮੇਰੇ ਅੱਜ ਵੀ ਨਸ਼ੇ ਵਿੱਚ ਜਾਂ ਬੇਬੀਚਾਰ ਵਿੱਚ ਹਨ, ਉਹ ਇਹ ਸਾਰਾ ਕੁਝ ਛੱਡ ਕੇ ਪ੍ਰਭੂ ਦੇ ਵਚਨਾਂ ਦੇ ਵਿੱਚ ਇੱਕ ਵਾਰੀ ਆਉਣ ਤੇ ਪ੍ਰਭੂ ਦੇ ਵਚਨਾਂ ਦੇ ਵਿੱਚ ਚੱਲਣਾ ਸ਼ੁਰੂ ਕਰਨ ਤੇ ਉਹ ਇਸ ਸਾਰੇ ਨਸ਼ੇ ਦੀਆਂ ਤੜਪਾਂ ਤੋਂ ਜਾਂ ਕਿਸੇ ਵੀ ਤਰੀਕੇ ਦਾ ਮੇਰੇ ਭਰਾਵਾਂ ਨੂੰ ਕੁਛ ਵੀ ਲੱਗਦਾ ਆ ਤਾਂ ਇਸ ਚੀਜ਼ ਤੋਂ ਆਜ਼ਾਦ ਹੋਣਗੇ। ਇੱਕ ਵਾਰੀ ਪ੍ਰਭੂ ਦੇ ਵਚਨਾਂ ਦੇ ਵਿੱਚ ਵਧਣਾ ਸ਼ੁਰੂ ਕਰਨ। ਜੇ ਤੁਸੀਂ ਸੋਚਦੇ ਹੋ ਕਿ
ਨਸ਼ੇ ਤੋਂ ਬਿਨਾ ਤੁਸੀਂ ਨਹੀਂ ਰਹਿ ਸਕਦੇ, ਤੁਸੀਂ ਨਸ਼ੇ ਦੀ ਤੁਹਾਨੂੰ ਤੋੜ ਲੱਗਦੀ, ਤੁਸੀਂ ਨਸ਼ੇ ਤੋਂ ਬਿਨਾ ਮਰ ਸਕਦੇ ਹੋ ਜਾਂ ਕੁਝ ਇਦਾਂ ਦਾ ਕੁਝ ਵੀ ਨਹੀਂ ਹੋ ਸਕਦਾ। ਨਸ਼ੇ ਦੀ ਤੋੜ ਮੈਨੂੰ ਵੀ ਲੱਗਦੀ ਸੀ, ਮੈਨੂੰ ਵੀ ਇਦਾਂ ਹੀ ਲੱਗਦਾ ਹੁੰਦਾ ਸੀਗਾ ਕਿ ਸ਼ਾਇਦ ਮੈਂ ਨਸ਼ੇ ਤੋਂ ਬਿਨਾ ਨਹੀਂ ਰਹਿ ਸਕਦਾ, ਹੁਣ ਮੈਨੂੰ ਸ਼ਾਇਦ ਸਾਰੀ ਜ਼ਿੰਦਗੀ ਨਸ਼ਾ ਕਰਨਾ ਪੈਣਾ, ਮੈਂ ਨਸ਼ੇ ਦੇ ਨਾਲ ਹੀ ਜੀ ਸਕਦਾ, ਜੇ ਨਸ਼ਾ ਨਾ ਕੀਤਾ ਤਾਂ ਮੈਂ ਮਰ ਸਕਦਾ ਹਾਂ। ਪਰ ਨਹੀਂ, ਜੇ ਤੁਸੀਂ ਪ੍ਰਭੂ ਦੇ ਵਚਨਾਂ ਦੇ ਵਿੱਚ ਚੱਲੋਗੇ ਤੇ ਯੀਸ਼ੂ ਮਸੀਹ ਤੁਹਾਨੂੰ ਆਜ਼ਾਦ ਕਰ ਸਕਦਾ ਹੈ, ਤੇ ਜਿਸ ਤਰ੍ਹਾਂ ਉਸਨੇ ਮੈਨੂੰ ਆਜ਼ਾਦ ਕੀਤਾ ਹੈ ਤੇ ਤੁਸੀਂ ਵੀ ਆ ਕੇ ਸ਼ਿਫਾ ਲਓ। ਮੈਂ ਇਸ ਵੱਡੇ ਛੁਟਕਾਰੇ ਦੇ ਲਈ ਤੇ ਆਪਣੀ ਨਵੀਂ ਜ਼ਿੰਦਗੀ ਦੇ ਲਈ ਪਰਮੇਸ਼ਵਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪਰਮੇਸ਼ਵਰ ਜੀ ਦੇ ਦਾਸ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਸਾਰਿਆਂ ਨੂੰ ਜੈ ਮਸੀਹ ਦੀ। जैसे कि बाइबल में लिखा है, परंतु वह हमारे ही अपराधों के कारण घायल किया गया, वह हमारे अधर्म के कामों के हेतु कुचला गया, हमारी ही शांति के लिए उस पर ताड़ना पड़ी कि उसके कोड़े खाने से हम चंगे हो जाएं। तो आइए सुनते हैं इनकी गवाही को। सारिਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਰਾਜਵਿੰਦਰ ਕੌਰ ਆ, ਮੇਰੀ ਮਦਰ ਦਾ ਨਾਮ ਬਲਵਿੰਦਰ ਕੌਰ ਆ। ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਆ। ਅੱਜ ਮੈਂ ਆਪਣੀ ਮਦਰ ਦੀ ਲਾਈਫ ਦੀ ਬਹੁਤ ਵੱਡੀ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਇਹਨਾਂ ਦੀ ਲਾਈਫ ਵਿੱਚ ਕੰਮ ਕੀਤਾ। ਅਗਸਤ 2006 ਵਿੱਚ ਮੇਰੇ ਮਦਰ ਔਰ ਮੇਰੇ ਬ੍ਰਦਰ ਬਾਈਕ ਉੱਪਰ ਕਿਤੇ ਜਾ ਰਹੇ ਸੀਗੇ ਔਰ ਵਾਪਸ ਆਉਂਦੇ ਟਾਈਮ ਇਹਨਾਂ ਦਾ ਐਕਸੀਡੈਂਟ ਹੋ ਗਿਆ। ਅਸੀਂ ਮਹਿਤੇ ਚੌਂਕ ਨੂੰ ਗਏ ਹਾਂ, ਮਹਿਤੇ ਚੌਂਕ ਤੋਂ ਵਾਪਸ ਆਉਣ ਡਏ ਹਾਂ ਅੰਮ੍ਰਿਤਸਰ ਰੋਡ ਉੱਪਰ। ਸਾਹਮਣੇ ਮੋਟਰਸਾਈਕਲ ਵਾਲਾ ਆਇਆ, ਸਾਡੇ ਮੋਟਰਸਾਈਕਲ ਦੇ ਵਿੱਚ ਉਹਨੇ ਮੋਟਰਸਾਈਕਲ ਮਾਰਿਆ। ਜਦੋਂ ਮੋਟਰਸਾਈਕਲ ਮੇਰੀ ਖੱਬੀ ਲੱਤ ਦੇ ਵਿੱਚ ਵੱਜਾ ਤੇ ਮੇਰੇ ਉਹ ਚਪਣੀ ਗੋਡੇ ਦੀ ਜਿਹੜੀ ਨਿਕਲ ਕੇ ਮੋਟੇ ਪੱਟ ਦੇ ਵਿੱਚ ਚਲ ਗਈ, ਉੱਪਰ ਚਲ ਗਈ। ਜਿੱਥੇ ਮੇਰਾ ਐਕਸੀਡੈਂਟ ਹੋਇਆ ਉੱਥੇ ਇੱਕ ਸਾਹਮਣੇ ਹਸਪਤਾਲ ਸੀ, ਉਹ ਸਪੈਸ਼ਲ ਡਾਕਟਰ ਸੀ ਤੇ ਉੱਥੇ ਫਿਰ ਮੇਰਾ ਬੇਟਾ ਮੈਨੂੰ ਲੈ ਕੇ ਗਿਆ। ਉੱਥੇ ਜਾਂਦਿਆਂ ਫਿਰ ਡਾਕਟਰ ਨੇ ਜਦੋਂ ਮੇਰੀ ਲੱਤ ਵੇਖੀ, ਚੈੱਕ ਕੀਤੀ ਤਾਂ ਉਹਨੇ ਆਖਿਆ ਕਿ ਇਹਦਾ ਜਿਹੜਾ ਜੋੜ ਆ, ਗੋਡੇ ਦੀ ਚਪਣੀ ਜਿਹੜੀ ਆ ਨਿਕਲ ਕੇ ਉੱਪਰ ਮਾਸ 'ਚ ਚਲ ਗਈ ਆ। ਤੇ ਉਸ ਵਕਤ ਡਾਕਟਰ ਨੇ ਮੈਨੂੰ ਪਲਾਸਟਰ ਦਾ ਕਹਿ ਦਿੱਤਾ ਸੀ। ਮੈਂ ਪਲਾਸਟਰ ਨਹੀਂ ਲਵਾਇਆ ਕਿ ਮੇਰੇ ਬੱਚੇ ਛੋਟੇ ਸੀ, ਕਿ ਮੇਰੇ ਘਰ ਦਾ ਕਿੱਦਾਂ ਚੱਲੂਗੇ। ਮੇਰੇ ਘਰ ਦਾ ਪਲਾਸਟਰ ਲਵਾਇਆ ਗੁਜ਼ਾਰਾ ਨਹੀਂ, ਕਿ ਮੈਂ ਕੰਮ ਨਹੀਂ ਫਿਰ ਕੀਤਾ ਜਾਣਾ। ਉਹ ਡਾਕਟਰ ਨੇ ਮੈਨੂੰ ਮੈਡੀਸਨ ਦਿੱਤੀ ਕਿ ਲਗਾਤਾਰ ਹੀ ਤੁਹਾਨੂੰ ਇਹ ਦਵਾਈ ਖਾਣੀ ਪਊਗੀ। ਉਹ ਮੈਡੀਸਨ ਮੈਂ ਖਾਂਦੀ ਰਹੀ, ਮੈਨੂੰ ਉਹ ਦਵਾਈ ਦੇ ਨਾਲ ਕੋਈ ਫਰਕ ਨਹੀਂ ਪਿਆ। ਜਦੋਂ ਮੇਰੀ ਮਦਰ ਨੂੰ ਹਸਪੀਟਲ ਤੋਂ ਵਾਪਸ ਲੈ ਕੇ ਆਏ ਤਾਂ ਇਹਨਾਂ ਦੀ ਕੰਡੀਸ਼ਨ ਹੋਰ ਵੀ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਗਈ ਸੀਗੀ। ਮੇਰੇ ਮਦਰ ਹਰ ਵਕਤ ਮੋਸਟਲੀ ਬੈੱਡ ਉੱਪਰ ਰਹਿੰਦੇ ਸੀਗੇ ਕਿ ਜਦ ਵੀ ਇਹਨਾਂ ਟਾਇਲਟ ਵਾਸ਼ਰੂਮ ਜਾਣਾ ਹੁੰਦਾ ਸੀਗਾ ਤੇ ਇਹਨਾਂ ਨੂੰ ਸਹਾਰਾ ਦੇ ਕੇ ਲੈ ਕੇ ਜਾਣਾ ਪੈਂਦਾ ਸੀਗਾ। ਖੁਦ ਆਪਣੇ ਆਪ ਚੱਲ ਫਿਰ ਨਹੀਂ ਸਕਦੇ ਔਰ ਨਾ ਹੀ ਘਰ ਦਾ ਕੋਈ ਕੰਮਕਾਰ ਕਰ ਸਕਦੇ ਸੀਗੇ, ਕਿਉਂਕਿ ਇਹਨਾਂ ਦੀ ਦਿਨ ਬੇ ਦਿਨ ਹਾਲਤ ਜੋ ਹੀ ਖਰਾਬ ਹੁੰਦੀ ਜਾ ਰਹੀ ਸੀਗੀ ਕਿ ਹਰ ਵਕਤ ਇਹ ਪੇਨ ਵਿੱਚ ਰਹਿੰਦੇ ਸੀ, ਹਰ ਵਕਤ ਰੋਂਦੇ ਰਹਿੰਦੇ ਹੁੰਦੇ ਸੀਗੇ ਕਿ ਮੇਰੇ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ, ਜੋ ਕਿ ਇਹਨਾਂ ਦੀ ਪੇਨ ਜੀ ਬਰਦਾਸ਼ਤ ਤੋਂ ਬਾਹਰ ਹੋ ਗਈ ਸੀਗੀ। ਫਿਰ ਅਸੀਂ ਇਹਨਾਂ ਦੇ ਦੂਸਰੇ ਡਾਕਟਰ ਕੋਲ ਚੈੱਕ ਕਰਵਾਇਆ ਤੇ ਉਹਨਾਂ ਨੇ ਵੀ ਕਿਹਾ, ਇਹੀ ਸੁਜੈਸਟ ਕੀਤਾ ਕਿ ਇਹਨਾਂ ਦੇ ਪਲਸਤਰ ਹੀ ਲਗਵਾਉਣਾ ਪਊਗਾ। ਪਰ ਇਹਨਾਂ ਨੇ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਮੇਰੇ ਬੱਚੇ ਛੋਟੇ ਆ, ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋਊਗਾ, ਜਿਸ ਕਾਰਨ ਮੈਂ ਪਲਸਤਰ ਨਹੀਂ ਲਗਵਾ ਸਕਦੀ ਹੈਗੀ। ਜਦੋਂ ਵੀ ਮੇਰੇ ਮਦਰ ਰਾਤ ਨੂੰ ਸੌਂਦੇ ਸੀਗੇ, ਜਦੋਂ ਵੀ ਉਹਨਾਂ ਨੇ ਆਪਣੀ ਸਾਈਡ ਚੇਂਜ ਕਰਨੀ ਹੁੰਦੀ ਸੀ ਤੇ ਬਹੁਤ ਜ਼ਿਆਦਾ ਇਹਨਾਂ ਦੇ ਦਰਦ ਹੁੰਦੀ ਸੀਗੀ। ਆਪਣੇ ਆਪ ਵੀ ਆਪਣੀ ਲੱਤ ਨੂੰ ਹਿਲਾ ਨਹੀਂ ਸਕਦੇ, ਉਸ ਵਕਤ ਵੀ ਇਹਨਾਂ ਨੂੰ ਕਿਸੇ ਦਾ ਸਹਾਰਾ ਲੈਣਾ ਪੈਂਦਾ ਸੀਗਾ, ਜਿਸ ਕਾਰਨ ਇਹਨਾਂ ਨੂੰ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਸ਼ਰਮਿੰਦਗੀ ਫੀਲ ਹੁੰਦੀ ਸੀਗੀ। ਔਰ ਇਸੇ ਤਰ੍ਹਾਂ ਸਾਲ ਤੇ ਸਾਲ ਬੀਤਦੇ ਗਏ, ਇਹਨਾਂ ਦੀ ਦਰਦ ਵੱਧਦੀ ਗਈ। ਔਰ ਜਦੋਂ ਮੇਰੀ ਮਦਰ ਦੇ ਹਾਲਾਤ ਖਰਾਬ ਹੋ ਗਏ ਤਾਂ ਬਿਲਕੁਲ ਵੀ ਕੋਈ ਕੰਮ ਨਹੀਂ ਕਰ ਸਕਦੇ, ਟੋਟਲ ਬੈੱਡ ਤੇ ਚਲੇ ਗਏ ਸੀਗੇ। ਔਰ ਜਿਸ ਕਾਰਨ ਇਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣਾ ਸ਼ੁਰੂ ਹੋ ਗਏ ਸੀਗੇ, ਡਿਪਰੈਸ਼ਨ ਵਿੱਚ ਵੀ ਚਲੇ ਗਏ ਕਿ ਮੇਰਾ ਘੁਟਨਾ ਹੀਲ ਨਹੀਂ ਹੋ ਰਿਹਾ। ਫਿਰ ਇਹਨਾਂ ਦਾ ਕਾਫੀ ਟਾਈਮ ਸਾਲ ਤੇ ਸਾਲ ਬੀਤਦੇ ਗਏ ਔਰ ਇਹਨਾਂ ਨੇ ਟੋਟਲ ਮੈਡੀਸਿਨ ਬੰਦ ਕਰ ਦਿੱਤੀ ਸੀਗੀ। ਫਿਰ ਇਹਨਾਂ ਦੇ ਦਰਦ ਰਹਿਣੀ ਸ਼ੁਰੂ ਹੋ ਗਈ। ਫਿਰ ਇਹਨਾਂ ਨੇ ਡਾਕਟਰ ਕੋਲ ਦਿਖਾਇਆ ਤਾਂ ਡਾਕਟਰ ਨੇ ਕਿਹਾ ਕਿ ਇਹਨਾਂ ਦੇ ਹੁਣ ਗੋਡੇ ਦੀ ਗਰੀਸ ਖਤਮ ਹੋ ਚੁੱਕੀ ਆ, ਕਿ ਇਹਨਾਂ ਦੇ ਗੋਡੇ ਦਾ ਆਪਰੇਸ਼ਨ ਕਰਨਾ ਪਊਗਾ। ਫਿਰ ਉਸ ਤੋਂ ਬਾਅਦ ਅਸੀਂ ਫਿਰ ਦੂਸਰੇ ਡਾਕਟਰ ਕੋਲ ਚੇਂਜ ਕਰਾਇਆ, ਉਹਨਾਂ ਨੇ ਕਿਹਾ ਕਿ ਇਹਨਾਂ ਦਾ ਗੋਡਾ ਘਸ ਚੁੱਕਾ ਆ। ਉਹਨਾਂ ਨੇ ਵੀ ਆਪਰੇਸ਼ਨ ਹੀ ਸੁਜੈਸਟ ਕੀਤਾ ਸੀਗਾ। ਕਈ ਵਾਰ ਰਾਤ ਨੂੰ ਜਦੋਂ ਇਹਨਾਂ ਦੇ ਅਚਾਨਕ ਦਰਦ ਹੁੰਦੀ ਸੀ ਤਾਂ ਬਹੁਤ ਜ਼ਿਆਦਾ ਮਤਲਬ ਕਿ ਰੋਣਾ ਸ਼ੁਰੂ ਕਰ ਦਿੰਦੇ ਸੀਗੇ, ਕਿਉਂਕਿ ਆਪਣੇ ਆਪ ਹੀ ਇਹਨਾਂ ਦੀ ਜੋ ਲੱਤ ਹੀ ਉਹ ਘੁੰਮ ਜਾਂਦੀ ਸੀਗੀ। ਔਰ ਸਾਨੂੰ ਹਰ ਵਕਤ ਇਹਨਾਂ ਦੇ ਨਾਲ ਜਦੋਂ ਇਹ ਪੇਨ ਦੇ ਵਿੱਚ ਰੋਂਦੇ ਸੀਗੇ, ਇਹਨਾਂ ਵੱਲ ਦੇਖ ਕੇ ਸਾਨੂੰ ਵੀ ਬਹੁਤ ਜ਼ਿਆਦਾ, ਅਸੀਂ ਖੁਦ ਭੈਣ ਭਰਾ ਪਰੇਸ਼ਾਨ ਹੁੰਦੇ ਸੀਗੇ ਕਿ ਇਹਨਾਂ ਦੇ ਕੀ ਹਾਲਾਤ ਹੋ ਗਏ ਆ, ਕਿਉਂਕਿ ਇਹਨਾਂ ਨੂੰ ਕੋਈ ਵੀ ਮੈਡੀਸਿਨ ਅਸਰ ਨਹੀਂ ਕਰ ਰਹੀ, ਕੋਈ ਵੀ
ਇਹਨਾਂ ਦੀ ਮੈਡੀਸਿਨ ਦੇਣ ਦੇ ਬਾਵਜੂਦ ਇੰਜੈਕਸ਼ਨ ਲਵਾਣੇ ਦਰਦ ਦੇ ਪਰ ਕੋਈ ਫਰਕ ਨਹੀਂ ਸੀਗਾ ਇਹਨਾਂ ਨੂੰ ਪੈਂਦਾ ਹੈਗਾ। ਦਿਨ ਬੇ ਦਿਨ ਇਹਨਾਂ ਦੇ ਹਾਲਾਤ ਜੋ ਹੀ ਖਰਾਬ ਹੁੰਦੇ ਜਾ ਰਹੇ ਸੀਗੇ। ਫਿਰ ਮੇਰੀ ਮੰਮਾ ਨੇ ਵਾਕਰ ਦੇ ਸਹਾਰੇ ਤੁਰਨਾ ਸ਼ੁਰੂ ਕਰ ਦਿੱਤਾ। ਜਦੋਂ ਵੀ ਟਾਇਲਟ ਵਾਸ਼ਰੂਮ ਜਾਂਦੇ ਹੁੰਦੇ ਸੀ ਤਾਂ ਵਾਕਰ ਦੇ ਸਹਾਰੇ ਹੀ ਜਾਂਦੇ ਹੁੰਦੇ ਸੀਗੇ, ਕਿਉਂਕਿ ਆਪਣੇ ਆਪ ਇਹਨਾਂ ਦੀ ਲੱਤ ਤੇ ਬਿਲਕੁਲ ਵੀ ਭਾਰ ਨਹੀਂ ਸੀਗਾ ਪੈਂਦਾ ਹੈਗਾ। ਜਦੋਂ ਮੇਰੇ ਮਦਰ ਬਿਮਾਰੀ ਵਿੱਚ ਸਨ ਤੇ ਸਾਨੂੰ ਕਿਸੇ ਰਿਸ਼ਤੇਦਾਰ ਨੇ ਖਾਂਬਰਾ ਚਰਚ ਬਾਰੇ ਦੱਸਿਆ ਕਿ ਤੁਸੀਂ ਇਹਨਾਂ ਨੂੰ ਉੱਥੇ ਲੈ ਕੇ ਜਾਓ, ਪਰਮੇਸ਼ਰ ਉੱਥੇ ਬਹੁਤ ਹੀ ਵੱਡੇ ਕੰਮ ਕਰਦਾ ਆ। ਉੱਥੇ ਟੁੱਟੀਆਂ ਹੱਡੀਆਂ ਜੁੜਦੀਆਂ ਵਾ, ਬਿਮਾਰ ਚੰਗੇ ਹੁੰਦੇ ਆ, ਰੋਗੀ ਸ਼ਿਫਾ ਪਾਉਂਦੇ ਆ। ਤੁਸੀਂ ਵੀ ਇਹਨਾਂ ਨੂੰ ਉੱਥੇ ਲੈ ਕੇ ਜਾਓ, ਤੁਹਾਡੇ ਮਦਰ ਵੀ ਹੀਲ ਹੋ ਜਾਣਗੇ। ਫਿਰ ਅਸੀਂ 2015 ਵਿੱਚ ਆਪਣੀ ਮਦਰ ਨੂੰ ਖਾਂਬਰਾ ਚਰਚ ਵਿੱਚ ਲੈ ਕੇ ਆਏ। ਫਿਰ ਅਸੀਂ ਲਗਾਤਾਰ ਮੈਂ ਔਰ ਮੇਰੀ ਮਦਰ ਖਾਂਬਰਾ ਚਰਚ ਵਿੱਚ ਆਉਂਦੇ ਰਹੇ, ਵਚਨ ਨੂੰ ਸੁਣਦੇ ਰਹੇ। ਔਰ ਜਦ ਅਸੀਂ ਵਿੱਚ ਵਚਨ ਨੂੰ ਸੁਣਦੇ ਹੁੰਦੇ ਸੀ ਤਾਂ ਸਾਡਾ ਪਰਮੇਸ਼ਰ ਉੱਪਰ ਹੋਰ ਵੀ ਵਿਸ਼ਵਾਸ ਵਧਣਾ ਸ਼ੁਰੂ ਹੋ ਗਿਆ। ਫਿਰ 25 ਦਸੰਬਰ 2022 ਨੂੰ ਜਦ ਅਸੀਂ ਚਰਚ ਵਿੱਚ ਆਏ ਤਾਂ ਮੇਰੇ ਮਦਰ ਐਮਰਜੈਂਸੀ ਸੈਕਸ਼ਨ ਵਿੱਚ ਬੈਠੇ ਹੋਏ ਸੀਗੇ ਔਰ ਉਸ ਦਿਨ ਅਪੋਸਟਲ ਜੀ ਨੇ ਸਪੈਸ਼ਲ ਪ੍ਰਾਰਥਨਾ ਕੀਤੀ ਕਿ ਜੋ ਤੁਸੀਂ ਨਹੀਂ ਕਰ ਪਾ ਰਹੇ ਹੋ ਤੁਸੀਂ ਕਰਕੇ ਦੇਖੋ, ਪਰਮੇਸ਼ਰ ਦਾ ਆਤਮਾ ਤੁਹਾਨੂੰ ਛੂ ਰਿਹਾ ਵਾ। Be healed in Jesus name। चंगे हो जाओ और आजाद हो जाओ। उठो और खड़े हो जाओ, जो नहीं कर सकते करो। खुदावंद तुम्हें चंगा कर रहा राइट नाउ इन जीसस नेम आमीन। हो चाहे बरकत तुम्हारी है। और उस प्रार्थना ਨੂੰ ਮੇਰੀ ਮਦਰ ਨੇ ਆਪਣੇ ਲਈ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਔਰ ਆਪਣੇ ਆਪ ਨੂੰ ਚੈੱਕ ਕੀਤਾ ਤੇ ਜੋ ਇਹ ਨਹੀਂ ਸੀ ਕਰ ਪਾ ਰਹੇ ਉਹ ਕਰ ਪਾ ਰਹੇ ਸੀਗੇ। ਜੋ ਵੀ ਇਹਨਾਂ ਦੇ ਘੁਟਨੇ ਤੇ ਭਾਰ ਨਹੀਂ ਸੀ ਪੈਂਦਾ ਉਹ ਭਾਰ ਪਾ ਰਹੇ ਸੀ। ਇਹਨਾਂ ਨੇ ਦੌੜ ਕੇ ਵੀ ਆਪਣੇ ਆਪ ਨੂੰ ਚੈੱਕ ਕੀਤਾ, ਇਹ ਦੌੜ ਪਾ ਰਹੇ ਸੀਗੇ ਔਰ ਉਸੇ ਵੇਲੇ ਆਪਣੇ ਆਪ ਨੂੰ ਇਹ ਚੈੱਕ ਕਰਕੇ ਬੁਲਪਟ ਤੇ ਅੱਗੇ ਗਵਾਹੀ ਦੇਣ ਵਾਸਤੇ ਗਏ ਔਰ ਪਰਮੇਸ਼ਰ ਦੀ ਦਾਸੀ ਨੇ ਇਹਨਾਂ ਦੀ ਗਵਾਹੀ ਵੀ ਦਿੱਤੀ। हालेलुया। पसी 2006 एक्सीडेंट बहन का हुआ था और लेफ्ट लेग की कहते हड्डी टूट गई थी और तभी से वॉकर के सहारे चलते थे। और आज जैसे ही आए इमरजेंसी सेक्शन में बैठे थे और जैसे ही ये प्रेयर हुई है तभी परमेश्वर की आत्मा ने छुआ और ये बहन पूरी तरह से हील हो चुके हैं। और उस प्रार्थना ਨੂੰ ਰਿਸੀਵ ਕਰਨ ਤੋਂ ਬਾਅਦ ਜਦੋਂ ਮੇਰੇ ਮਦਰ ਘਰ ਗਏ ਤੇ ਜਦੋਂ ਵੀ ਇਹ ਤੁਰਦੇ ਹੁੰਦੇ ਸੀ ਤਾਂ ਵਾਕਰ ਦੇ ਸਹਾਰੇ ਤੁਰਦੇ ਹੁੰਦੇ, ਪਰ ਉਸ ਦਿਨ ਤੋਂ ਬਾਅਦ ਇਹਨਾਂ ਨੇ ਬਿਲਕੁਲ ਵੀ ਵਾਕਰ ਦਾ ਸਹਾਰਾ ਨਹੀਂ ਲਿਆ ਔਰ ਨਾ ਹੀ ਚੱਲਣ ਫਿਰਨ ਵਿੱਚ ਇਹਨਾਂ ਨੇ ਕਿਸੇ ਦੀ ਸਪੋਰਟ ਲਈ ਔਰ ਖੁਦ ਆਪਣੇ ਆਪ ਇਹ ਚੱਲ ਫਿਰ ਪਾ ਰਹੇ ਸੀਗੇ। ਔਰ ਜਦੋਂ ਵੀ ਇਹ ਬੈਠਦੇ ਹੁੰਦੇ ਸੀ ਤੇ ਇੱਕ ਚੇਅਰ ਤੇ ਹੀ ਬੈਠਦੇ ਹੁੰਦੇ ਸੀ, ਇਹਨਾਂ ਕੋਲ ਨੀਚੇ ਨਹੀਂ ਬੈਠਾ ਜਾਂਦਾ ਹੁੰਦਾ। ਫਿਰ ਇਹਨਾਂ ਨੇ ਆਪਣੇ ਆਪ ਨੂੰ ਘਰ ਜਾ ਕੇ ਨੀਚੇ ਬੈਠ ਕੇ ਵੀ ਚੈੱਕ ਕੀਤਾ ਔਰ ਨੀਚੇ ਵੀ ਬੈਠ ਪਾ ਰਹੇ ਸੀਗੇ, ਚੌਂਕੜੀ ਮਾਰ ਕੇ ਵੀ ਬੈਠ ਪਾ ਰਹੇ ਸੀ। ਇਹਨਾਂ ਨੂੰ ਚੌਂਕੜੀ ਮਾਰਨ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਸੀ ਆ ਰਹੀ, ਚੱਲਣ ਫਿਰਨ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਸੀ ਆ ਰਹੀ। ਉਸ ਦਿਨ ਤੋਂ ਪੂਰੀ ਤਰ੍ਹਾਂ ਹੀਲ ਹੋ ਚੁੱਕੇ ਸਨ। ਉਸ ਦਿਨ ਤੋਂ ਮੇਰੇ ਮਦਰ ਪੂਰੀ ਤਰ੍ਹਾਂ ਹੀਲ ਹੋ ਚੁੱਕੇ ਆ। ਇਹ ਪ੍ਰੋਪਰ ਆਪਣੇ ਘਰ ਦਾ ਪੂਰਾ ਕੰਮਕਾਰ ਕਰ ਪਾ ਰਿਹਾ, ਇਹਨਾਂ ਨੂੰ ਕੋਈ ਵੀ ਕੰਮਕਾਰ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ ਔਰ ਆਪਣੀ ਲਾਈਫ ਵਿੱਚ ਬਹੁਤ ਖੁਸ਼ ਹਾਂ। ਮੈਂ ਉਹ ਪ੍ਰੇਅਰ ਤੋਂ ਬਾਅਦ ਪੂਰੀ ਤਰ੍ਹਾਂ ਚੰਗੀ ਹਾਂ। ਹੁਣ ਮੈਂ ਪੂਰਾ ਘਰ ਦਾ ਕੰਮ ਕਰਦੀ ਹਾਂ, ਬਿਲਕੁਲ ਮੈਂ ਠੀਕ ਆ, ਮੈਨੂੰ ਕੋਈ ਔਕਰ ਦੀ ਲੋੜ ਨਹੀਂ ਗੀ। ਜਿਹੜੇ ਬਿਮਾਰ ਲੋਕ ਆ ਮੈਂ ਇਹੋ ਆਨੀ ਆ ਪ੍ਰਭੂ ਦੇ ਭਰੋਸਾ ਰੱਖੋ, ਪਰਮੇਸ਼ਰ ਦਾ ਧੰਨਵਾਦ ਕਰੋ। ਪ੍ਰਭੂ ਤੁਹਾਨੂੰ ਜਿਸ ਤਰ੍ਹਾਂ ਮੈਨੂੰ ਹੀਲ ਕੀਤਾ ਪਰਮੇਸ਼ਰ ਤੁਹਾਨੂੰ ਵੀ ਕਰੇ। ਪਰਮੇਸ਼ਰ ਦੀ ਜੀਵਤ ਹਜ਼ੂਰੀ ਵਿੱਚ ਔਰ ਪਰਮੇਸ਼ਰ ਇਹ ਸਭ ਕੁਝ ਕਰਨ ਦੀ ਸਾਮਰਥ ਰੱਖਦਾ, ਜੋ ਟੁੱਟੀਆਂ ਹੱਡੀਆਂ ਨੂੰ ਜੋੜਨ ਦੀ ਸਾਮਰਥ ਰੱਖਦਾ ਵਾ, ਲੰਗੜਿਆਂ ਨੂੰ ਚਲਾਉਣ ਦੀ ਸਾਮਰਥ ਰੱਖਦਾ ਵਾ, ਉਹ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਵੀ ਸਾਮਰਥ ਰੱਖਦਾ, ਉਹ ਤੁਹਾਡੀਆਂ ਜ਼ਿੰਦਗੀਆਂ ਵਿੱਚ ਵੀ ਕੰਮ ਕਰਨ ਦੀ ਸਾਮਰਥ ਰੱਖਦਾ ਵਾ। मैं अपनी मदर की इस वड्डी गवाही लिए परमेश्वर का धन्नवाद करदी हां, परमेश्वर दे दास का धन्नवाद करदी हां। सारियां नूं जय मसीह दी तारीफ करें सब लोग जोर से परमेश्वर की तारीफ के साथ, और जोर से परमेश्वर की तारीफ करें। मैं कुछ भी नहीं हूँ तेरे सिवा।